बाणी गुरु गुरु है बाणी 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 बाबा 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 मनमतवारो नाम रस पीवे मनमतवारो नाम रस पीवे बाबा बाबा गुड़ कर ध्यान गुड़ कर ज्ञान ध्यान कर धावे कर करणी कस पाये पाठी पवन प्रेम का पोचा इत रस अमेओ छुआए बाबा 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 मनमतवारो नाम रस पीवे मनमतवारो नाम रस पीवे बाबा बाबा सहज रंग रच रहे रच रहे सहज रंग रच रहे रच रहे एनस बनी प्रेम लिव लागी शब्द अनाहद गए बाबा बाबा
पूरा साच प्याला सहज तिसे पियाए जाको नदर करे। अमृत का व्यापारी होवे क्या मद छूछे पाँव तरे। गुर की साखी अमृत बाणी पीवत ही परवान भया। गुर की साखी अमृत बाणी पीवत ही परवान पया। दर दर्शन का प्रीतम होवे, दर दर्शन का प्रीतम होवे, मुक्त में कुंठे करे क्या। बाबा 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 सिफती रता सद बैरागी जुए जन्म नहारे। को नानक सुन परथर जोगी, को नानक सुन परथर जोगी, खिवा अमृत तारे, खिवा अमृत तारे। बाबा 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 मनमतवारो नाम रस पीवे, मनमतवार नाम रस पीवे। बाबा बाबा बाबा
ਸਾਧ ਕਰ ਸਮਦਾ ਦੀ ਵਿਚਾਰ ਚੱਲ ਰਹੀ ਸੀ। ਸਾਧ ਕਰ ਸਮਦਾ ਦੀ ਵਿਚਾਰ ਦੇ ਵਿੱਚ ਸਵਾਦਾਂ ਦੇ ਵਿੱਚੋਂ ਇੱਕ ਅਤੀ ਵਸਤੂ ਜੋ ਅਤੀ ਭਿਆਨਕ ਹੈ ਔਰ ਬਹੁਤ ਅਸਚਰਜਤਾ ਦੀ ਗੱਲ ਹੈ, ਕਿਉਂਕਿ ਇਹ ਸ਼ਬਦ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਥਰੀ ਯੋਗੀ ਨੂੰ ਆਖਿਆ। ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦਾ ਭਰਮਣ ਕਰਦੇ ਹੋਏ ਯੋਗੀਆਂ ਦੇ ਪਾਸ ਪੁੱਜੇ ਤਾਂ ਯੋਗੀ ਸਮਾਧੀਆਂ ਲਗਾਉਣ ਲਈ ਸ਼ਰਾਬ ਦੀ ਵਰਤੋਂ ਕਰਦੇ ਸਨ। ਸ਼ਰਾਬ ਦੇ ਵਿੱਚ, ਨਸ਼ੇ ਦੇ ਵਿੱਚ ਮਸਤ ਹੋ ਕੇ ਉਹ ਸੋਚਦੇ ਸਨ ਸਾਡੀ ਸਮਾਧੀ ਲੱਗ ਗਈ। ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਇਹ ਸਮਾਧੀ ਸ਼ਰਾਬ ਨਾਲ ਲੱਗੀ ਹੈ ਜਾਂ ਪ੍ਰਮਾਤਮਾ ਦੇ ਨਾਲ ਲੱਗੀ ਹੈ? ਜੇ ਤੇ ਪ੍ਰਮਾਤਮਾ ਦੇ ਨਾਲ ਸਮਾਧੀ ਲੱਗੀ ਹੈ, ਉਸ ਦੇ ਪ੍ਰੇਮ 'ਚ, ਉਸ ਦੇ ਅਨੁਭਵ ਦੇ ਵਿੱਚ, ਉਸ ਦੇ ਐਕਸਪੀਰੀਅੰਸ 'ਚ, ਉਸ ਦੇ ਸਵਾਦ ਦੇ ਵਿੱਚ, ਤਾਂ ਫਿਰ ਉਸ ਦਾ ਜੋ ਸਵਾਦ ਹੈ ਔਰ ਉਸ ਦੇ ਸਵਾਦ ਦਾ ਜੋ ਅਸਰ ਹੈ, ਅਗਰ ਉਸਨੇ ਆਪਣੀ ਪੂਰੀ ਲਪੇਟ 'ਚ ਲੈ ਲਿਆ ਹੈ ਤੇ ਸਵਾਦ ਦੇ ਵਿੱਚ, ਰੱਬੀ ਸਵਾਦ ਦੇ ਵਿੱਚ ਡੁੱਬੇ ਹੋਏ ਨੂੰ ਫਿਰ ਇਹ ਮਦਰਾ ਦੀ ਕੀ ਜ਼ਰੂਰਤ ਹੈ, ਸ਼ਰਾਬ ਦੀ ਕੀ ਜ਼ਰੂਰਤ ਹੈ? ਸੋ ਯਾਨੀ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਹਿੰਦੁਸਤਾਨ ਦੇ ਸੋ ਕਾਲਡ ਜੋ ਯੋਗੀ ਸਿੱਧ, ਜਿਨ੍ਹਾਂ ਨੂੰ ਦੁਨੀਆ ਮੰਨਦੀ ਸੀ, ਜਿਨ੍ਹਾਂ ਦੇ ਪਾਸ ਕਠਨ ਅਭਿਆਸ ਕਰਕੇ ਬਹੁਤ ਸਾਰੀਆਂ ਜੋ ਮਾਨਸਿਕ ਤਾਕਤਾਂ ਵੀ ਆ ਚੁੱਕੀਆਂ ਸਨ, ਉਹਨਾਂ ਤਾਕਤਾਂ ਨੂੰ ਦਿਖਾਲ ਕੇ, ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਆਪਣੀ ਪੂਜਾ ਵੀ ਕਰਾਉਂਦੇ ਸਨ, ਪਰ ਅਵਸਥਾ ਜੋ ਸੀ ਉਹ ਕਿਸੇ ਕੰਮ ਦੀ ਨਹੀਂ ਸੀ। ਪਰਮਾਤਮਾ ਦੇ ਨਾਮ ਦੇ ਨਾਲ, ਜੋ ਕਿ ਆਤਮਾ ਦਾ ਟਿਕਾਓ ਹੈ, ਉਸ ਦੇ ਵਿੱਚ ਲੀਨ ਹੋ ਜਾਣਾ, ਉਸ ਦੇ ਵਿੱਚ ਸਮਾ ਜਾਣਾ। ਅਗਰ ਕੋਈ ਉਸ ਦੇ ਵਿੱਚ ਸਮਾ ਗਿਆ, ਲੀਨ ਹੋ ਗਿਆ, ਤਾਂ ਉਸ ਆਤਮਾ ਦਾ ਤਾਂ ਸੁਭਾਅ ਹੀ ਟ੍ਰੈਂਕੁਅਲ ਹੈ, ਆਤਮਾ ਦਾ ਤਾਂ ਸੁਭਾਅ ਹੀ ਟਿਕਾਓ ਹੈ, ਆਤਮਾ ਦਾ ਸੁਭਾਅ ਹੀ ਬਲਿਸ ਹੈ। ਜਿਸ ਆਤਮਾ ਦਾ ਇਹ ਸੁਭਾਅ ਹੈ, ਉਸ 'ਚ ਟਿਕੇ ਹੋਏ ਨੂੰ ਸ਼ਰਾਬ ਦੀ ਜ਼ਰੂਰਤ ਕਿਵੇਂ ਪੈ ਗਈ? ਗੁਰੂ ਨਾਨਕ ਦੇਵ ਜੀ ਮਹਾਰਾਜ ਯੋਗੀਆਂ ਦੇ ਪਾਸ ਗਏ। ਯੋਗੀਆਂ ਦੇ ਪਾਸ ਯੋਗੀਆਂ ਨੇ ਆਖਿਆ ਕਿ ਅਸੀਂ ਬਹੁਤ ਆਲਾ ਕਿਸਮ ਦੀ ਸ਼ਰਾਬ ਬਣਾਉਂਦੇ ਹਾਂ। ਗੁਰੂ ਜੀ ਕਹਿੰਦੇ ਉਹਦੇ ਨਾਲ ਕੀ ਹੁੰਦਾ ਹੈ? ਕਹਿੰਦੇ ਉਹਦੇ ਨਾਲ ਤਾੜੀ ਲੱਗ ਜਾਂਦੀ ਹੈ, ਭਾਵ ਉਸ ਦੇ ਨਾਲ ਲਿਵ ਲੱਗ ਜਾਂਦੀ ਹੈ ਔਰ ਉਸ ਦੀ ਸਮਾਧੀ ਦੇ ਵਿੱਚ ਫਿਰ ਮਨ ਜੋ ਹੈ ਉਹ ਬਿਲਕੁਲ ਇਕਾਗਰ ਹੋ ਜਾਂਦਾ ਹੈ। ਗੁਰੂ ਜੀ ਸੁਣਦੇ ਗਏ। ਗੁਰੂ ਜੀ ਕਹਿੰਦੇ ਉਸ ਦਾ ਨਸ਼ਾ ਕਿਤਨੀ ਕੁ ਦੇਰ ਤੱਕ ਰਹਿੰਦਾ ਹੈ, ਉਹ ਸਮਾਧੀ ਕਿਤਨੀ ਕੁ ਦੇਰ ਤੱਕ ਰਹਿੰਦੀ ਹੈ? ਬਸ ਮਹਾਰਾਜ ਜਦੋਂ ਸਵੇਰ ਤੱਕ, ਜ਼ਿਆਦਾ ਤੋਂ ਜ਼ਿਆਦਾ ਜਦੋਂ ਸੁਬਾਹ ਹੁੰਦੀ ਹੈ, ਫਿਰ ਉਸ ਦਾ ਨਸ਼ਾ ਉਤਰ ਜਾਂਦਾ ਹੈ। ਗੁਰੂ ਜੀ ਕਹਿੰਦੇ ਫਿਰ ਕੀ ਹੁੰਦਾ ਹੈ? ਕਹਿੰਦੇ ਉਸ ਦਾ ਜੋ ਉਸ ਦੇ ਨਸ਼ੇ ਦਾ ਜੋ ਸਰੀਰ ਤੇ ਅਸਰ ਹੁੰਦਾ ਹੈ, ਉਸ ਅਸਰ ਦੇ ਨਾਲ ਸਰੀਰ ਟੁੱਟਦਾ ਹੈ, ਸਰੀਰ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ। ਗੁਰੂ ਜੀ ਕਹਿੰਦੇ ਫਿਰ ਕੀ ਕਰਨਾ ਪੈਂਦਾ ਹੈ? ਉਹ ਕਹਿੰਦੇ ਫਿਰ ਸਾਨੂੰ ਸਮਾਧੀ ਲਗਾਉਣ ਲਈ ਫਿਰ ਸ਼ਰਾਬ ਪੀਣੀ ਪੈਂਦੀ ਹੈ। ਤਾਂ ਫਿਰ ਤੁਹਾਡਾ ਰੋਜ਼ਾਨਾ ਦਾ ਇਹੀ ਕਰਮ ਹੋਇਆ ਨਾ, ਰੋਜ਼ਾਨਾ ਸ਼ਰਾਬ ਪੀਂਦੇ ਹੋ, ਸਮਾਧੀ ਲੱਗ ਜਾਂਦੀ ਹੈ। ਸਵੇਰ ਨੂੰ ਸ਼ਰਾਬ ਉਤਰ ਜਾਂਦੀ ਹੈ ਔਰ ਸਮਾਧੀ ਵੀ ਟੁੱਟ ਜਾਂਦੀ ਹੈ, ਔਰ ਫਿਰ ਤੁਸੀਂ ਸ਼ਰਾਬ ਪੀਂਦੇ ਹੋ ਔਰ ਫਿਰ ਤੁਹਾਡੀ ਸਮਾਧੀ ਲੱਗ ਜਾਂਦੀ ਹੈ। ਗੁਰੂ ਜੀ ਹੱਸੇ,
ਕਹਿਣ ਲੱਗੇ ਇਹ ਸਮਾਧੀ ਨਹੀਂ ਹੈ, ਇਹ ਪ੍ਰਮਾਤਮਾ ਦੇ ਵਿੱਚ ਲੀਨਤਾ ਨਹੀਂ ਹੈ, ਇਹ ਇੰਦਰੀ ਦਾ ਰਸ ਹੈ, ਇਹ ਸਵਾਦ ਹੈ। ਅਗਰ ਭਾਵੇਂ ਇਹ ਪਾਣੀ ਕੌੜਾ ਹੀ ਹੈ, ਪਰੰਤੂ ਜਿਨ੍ਹਾਂ ਨੂੰ ਇਸ ਦੀ ਆਦਤ ਪੈ ਜਾਏ ਉਹ ਇਸ ਕੌੜਤਨ ਦੇ ਟੇਸਟ ਦੇ ਵੀ, ਕਿਉਂਕਿ ਇਸ ਦੇ ਟੇਸਟ ਦੇ ਵਿੱਚ ਇੱਕ ਅਰੋਮਾ ਵੀ ਹੈ, ਔਰ ਜੋ ਇਸ ਦੇ ਟੇਸਟ ਦੇ ਵੀ ਆਦੀ ਹੋ ਜਾਣ, ਨਸ਼ਾ ਤਾਂ ਚਲ ਬਾਅਦ ਦੀ ਗੱਲ ਹੈ ਨਾ, ਜੋ ਟੇਸਟ ਦੇ ਵੀ ਆਦੀ ਹੋ ਜਾਣ, ਉਹ ਉਸ ਟਾਈਮ ਤੇ ਜੋ ਉਹਨਾਂ ਦੇ ਪੀਣ ਦਾ ਟਾਈਮ ਹੁੰਦਾ ਹੈ, ਉਹ ਉਸ ਟੇਸਟ ਨੂੰ ਵੀ ਲੱਭਦੇ ਫਿਰਦੇ ਹਨ, ਜੋ ਕਿ ਜੀਭ ਦਾ ਸਵਾਦ ਹੈ। ਗੁਰੂ ਜੀ ਆਖਣ ਲੱਗੇ ਇਹ ਪਰਮਾਰਥ ਨਹੀਂ, ਇਹ ਭਗਤੀ ਨਹੀਂ, ਇਹ ਸਮਾਧੀ ਨਹੀਂ, ਇਸ ਦੇ ਨਾਲ ਮਨ ਦੀ ਚੰਚਲਤਾ ਦੂਰ ਨਹੀਂ ਹੁੰਦੀ, ਇਸ ਦੇ ਨਾਲ ਮਨ ਸਗੋਂ ਹੋਰ ਕਮਜ਼ੋਰ ਹੁੰਦਾ ਹੈ, ਕਿਉਂਕਿ ਤੁਹਾਡੀ ਜਿਹੜੀ ਹੈ ਕੰਜ਼ੰਪਸ਼ਨ, ਜਿਤਨੀ ਤੁਹਾਡੀ ਕੈਪੈਸਿਟੀ ਹੈ ਪੀਣ ਦੀ, ਥੋੜੇ ਦੇਰ ਤੋਂ ਬਾਅਦ ਬਾਡੀ ਉਸ ਦੇ ਲਈ ਇਮਿਊਨ ਹੋ ਜਾਂਦੀ ਹੈ, ਫਿਰ ਤੁਹਾਨੂੰ ਉਸ ਤੋਂ ਜ਼ਿਆਦਾ ਪੀਣੀ ਪੈਂਦੀ ਹੈ, ਫਿਰ ਸਰੀਰ ਉਸ ਦਾ ਆਦੀ ਹੋ ਜਾਂਦਾ ਹੈ, ਫਿਰ ਉਸ ਤੋਂ ਜ਼ਿਆਦਾ ਹੋਰ ਪੀਣੀ ਪੈਂਦੀ ਹੈ, ਫਿਰ ਸਰੀਰ ਆਦੀ ਹੋ ਜਾਂਦਾ ਹੈ, ਫਿਰ ਉਸ ਤੋਂ ਜ਼ਿਆਦਾ ਹੋਰ ਪੀਣੀ ਪੈਂਦੀ ਹੈ, ਜਿਸ ਦੇ ਨਾਲ ਸਰੀਰ ਦੇ ਕਈ ਸਾਰੇ ਆਰਗਨਸ ਦੇ ਉੱਤੇ ਇਸ ਦਾ ਭਿਆਨਕ ਅਸਰ ਹੁੰਦਾ ਹੈ। ਫਿਫੜੇ ਗਲ ਜਾਂਦੇ ਹਨ, ਹੋਰ ਕਈ ਬਿਮਾਰੀਆਂ ਲੱਗਦੀਆਂ ਹਨ, ਔਰ ਸਰੀਰ ਜੋ ਹੈ, ਐਡਿਕਟਡ ਲੋਕ ਜੋ ਹਨ, ਉਹ ਉਸ ਦੀ ਐਨਰਜੀ ਜੋ ਹੈ ਉਹ ਬਹੁਤ ਲਥਾਰਜਿਕ ਐਨਰਜੀ ਹੋ ਜਾਂਦੀ ਹੈ, ਔਰ ਮਨ ਦੇ ਬਲ ਦਾ ਇਹ ਬਿਲਕੁਲ ਸਤਿਆਨਾਸ਼ ਕਰ ਦਿੰਦੀ ਹੈ। ਗੁਰੂ ਜੀ ਨੇ ਆਖਿਆ ਕਿ ਸਾਧ ਕਰ ਸਮਝਦਾ, ਅਸੀਂ ਇੱਕ ਹਵਨ ਕਰ ਰਹੇ ਹਾਂ, ਕਰਵਾ ਰਹੇ ਹਾਂ, ਉਸ ਹਵਨ ਦੇ ਵਿੱਚ ਅੱਗ ਤੇ ਅੰਦਰ ਬਲੀ ਰਹੀ ਹੈ, ਆਪਣੀਆਂ ਸਾਰੀਆਂ ਇੰਦਰੀਆਂ ਦੇ ਸਵਾਦ, ਮਨ ਦੇ ਸਵਾਦ, ਹਉਮੈ ਦੇ ਸਵਾਦ, ਇਹਨਾਂ ਨੂੰ ਸਮੱਗਰੀ ਬਣਾ ਕੇ ਉਸ ਅੱਗ ਦੇ ਵਿੱਚ ਡਾਲ ਦੇਣਾ ਹੈ। तो ਸਮੱਗਰੀ ਦੇ ਵਿੱਚੋਂ ਜੋ ਕਿ ਸਾਧ ਕਰ ਸਮਝਦਾ, ਸਾਧ ਮੈਨੇ ਸਵਾਦ, ਕਹਿੰਦੇ ਸਾਰੇ ਸਵਾਦਾਂ ਨੂੰ ਸਮੱਗਰੀ ਬਣਾ ਲਓ। तो एक स्वाद जिसने बेअंत दुनिया का नाश किया पिया है, उस दा जिक्र आरंभ होया है। साढ़े कितने बड़े भाग हैं कि गुरु ग्रंथ साहिब जी महाराज की पवित्र बाणी वर्गी वस्तु दे विच उस शराब तो जो भयानक है, सेहत खराब करती है, आदत खराब करती है, पैसा तबाह करती है, परिवारों को तबाह करती है, लड़ाइयाँ पढ़ाइयाँ इताद खुआरी करती है। ऐसे सतगुरु जिन्हों ने सानू आख्या नहीं ये पीण वाली वस्तु नहीं, ये पीण वाली वस्तु नहीं। और जो गुरु ग्रंथ साहिब जी महाराज नू गुरु मनता है, अगर उसनू ये शब्द ध्यान नाल समझ दे विच आ जाए कि गुरु नानक साहब कहते हैं आ पीओ, आ शराब पीओ, और ये शराब बनती किवें है, इस दा जिक्र सारे दे सारे शब्द दे विच हुण असीं सुणांगे। वाहिगुरू दी कृपा नाल सारा शब्द गायन हो गया है। हुण इस शब्द दे अर्थ योगियों नूं आख्या तुहाडी जिहड़ी शराब है उस दे विच पाण दी जिहड़ी इनग्रीडियंट है, मुख करके उस दे विच 3 चीज़ां हन, गुड़, महुए दे फुल और किक्कर दे कस। ये 3 चीज़ां तुसीं पाउंदे हो, ये जदों तरक जांदियां हन फिर इन्हां नूं भट्ठी च पा, मटके च पा के मिट्टी च दबा दिंदे हो। ये 3 चीज़ां जदों तरक जांदियां हन ते ओह शराब बन जाती है। गुड़, महुए दे फुल अते तीसरी चीज़ किक्कर दे सक।
ਕਹਿੰਦੇ ਇਹ ਤਿੰਨੇ ਚੀਜ਼ਾਂ ਦੀ ਬਣਦੀ ਹੈ ਨਾ। ਤੇ ਗੁਰੂ ਜੀ ਕਹਿੰਦੇ ਅਸੀਂ ਤੁਹਾਨੂੰ ਤਿੰਨ ਚੀਜ਼ਾਂ ਹੀ ਦੇ ਦਿੰਨੇ ਆ ਇਹਨਾਂ ਦੀ ਥਾਂ। ਜਿਵੇਂ ਇਹਨਾਂ ਦੀ ਸ਼ਰਾਬ ਬਣਦੀ ਹੈ, ਅਸੀਂ ਵੀ ਤੁਹਾਨੂੰ ਤਿੰਨ ਚੀਜ਼ਾਂ ਦੇਵਾਂਗੇ। ਉਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਇੱਕ ਐਸੀ ਸ਼ਰਾਬ ਬਣੇਗੀ ਜਿਸ ਦਾ ਅੱਗੇ ਚੱਲ ਕੇ ਜ਼ਿਕਰ ਸੁਣਾਂਗੇ। ਉਹ ਕਹਿੰਦੇ ਮਹਾਰਾਜ ਫਿਰ ਗੁੜ ਨਾ ਇਸਤੇਮਾਲ ਕਰੀਏ ਤੇ ਕੀ ਕਰੀਏ? ਗੁਰੂ ਜੀ ਕਹਿੰਦੇ ਗੁੜ ਕਰ ਗਿਆਨ। ਕਹਿੰਦੇ ਗਿਆਨ ਨੂੰ ਬਣਾ ਲਓ ਗੁੜ। ਇੱਕ ਚੀਜ਼ ਆਪਣੇ ਪਾਸ ਪਹਿਲਾਂ ਲੈ ਆਓ, ਗਿਆਨ। ਗੁੜ ਕਰ ਗਿਆਨ। ਇਹਨਾਂ ਦੇ ਥੋੜੇ ਥੋੜੇ ਵਿਸਥਾਰ ਦੀ ਜ਼ਰੂਰਤ ਹੈ ਕਿ ਗੁਰੂ ਜੀ ਜਦੋਂ ਗਿਆਨ ਕਹਿੰਦੇ ਹਨ ਤੇ ਗਿਆਨ ਕਿਸ ਨੂੰ ਕਹਿੰਦੇ ਹਨ? ਗੁਰੂ ਜੀ ਗ੍ਰੰਥਾਂ ਦੇ ਅਧਿਐਨ ਨੂੰ ਗਿਆਨ ਨਹੀਂ ਆਖਦੇ। ਗ੍ਰੰਥਾਂ ਦੇ ਅਧਿਐਨ ਨਾਲ ਜੋ ਇੰਟੈਲੈਕਚੁਅਲ ਲੋਕ ਜੋ ਬਹੁਤ ਗਿਆਨ ਪੜ੍ਹੇ ਹੋਏ ਹੁੰਦੇ ਹਨ, ਗੁਰੂ ਮਹਾਰਾਜ ਉਸ ਗਿਆਨ ਵੱਲ ਰਿਫਰ ਨਹੀਂ ਕਰਦੇ। ਤਾਂ ਗਿਆਨ ਦਾ ਕੀ ਮਤਲਬ ਹੈ? ਗਿਆਨ ਦਾ ਮਤਲਬ ਇਹ ਹੈ ਸਤਸੰਗ ਦੇ ਵਿੱਚ ਆ ਕੇ, ਸਤਸੰਗ ਦੇ ਵਿੱਚ ਸਤਪੁਰਸ਼ਾਂ ਤੋਂ, ਗੁਰਮੁਖਾਂ ਤੋਂ, ਕਮਾਈ ਵਾਲੇ ਨਾਮ ਰਸੀਏ ਪੁਰਸ਼ਾਂ ਤੋਂ ਸੁਣ ਕੇ ਇਹ ਸੋਝੀ ਹੋ ਜਾਣੀ। ਸੋਝੀ ਹੋ ਜਾਣੀ ਹੋਰ ਚੀਜ਼ ਹੈ, ਇਨਫੋਰਮੇਸ਼ਨ ਇਕੱਠੀ ਕਰਨੀ ਹੋਰ ਚੀਜ਼ ਹੈ। ਇਹ ਸੋਝੀ ਹੋ ਜਾਣੀ। ਕਿਹੜੀ ਸੋਝੀ? ਕਿ ਇਹ ਜੋ ਸਰੀਰ ਹੈ ਇਹ ਕਿਸ ਚੀਜ਼ ਦੇ ਆਸਰੇ ਤੇ ਜ਼ਿੰਦਾ ਰਹਿੰਦਾ ਹੈ? ਇਹ ਜੋ ਸਰੀਰ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਇਸ ਦੇ ਵਿੱਚੋਂ ਜਦੋਂ ਨਿਕਲ ਜਾਂਦੀ ਹੈ ਤਾਂ ਇਸ ਦੀ ਮ੍ਰਿਤੂ ਹੋ ਜਾਂਦੀ ਹੈ? ਉਹ ਕਿਹੜੀ ਚੀਜ਼ ਹੈ ਜਦੋਂ ਤੱਕ ਉਹ ਇਸ ਦੇ ਅੰਦਰ ਹੈ ਇਹ ਜੀਂਦਾ ਹੈ, ਚੱਲਦਾ ਹੈ, ਫਿਰਦਾ ਹੈ, ਤੁਰਦਾ ਹੈ, ਬੋਲਦਾ ਹੈ, ਦੇਖਦਾ ਹੈ, ਸੁਣਦਾ ਹੈ, ਕੰਮਕਾਰ ਕਰਦਾ ਹੈ, ਹੱਸਦਾ ਹੈ, ਖੇਡਦਾ ਹੈ ਨਾ ਇਸ ਦੇ ਅੰਦਰ ਕੁਝ? ਵੈਸੇ ਤਾਂ ਅਸੀਂ ਸਭਨਾਂ ਨੇ ਨਾਮ ਤਾਂ ਸੁਣੇ ਹਨ ਕਿ ਕੋਈ ਰੂਹ ਆਖਦਾ ਹੈ, ਕੋਈ ਆਤਮਾ ਆਖਦਾ ਹੈ, ਕੋਈ ਸੋਲ ਆਖਦਾ ਹੈ। ਉਹ ਸਿਰਫ ਇਨਫੋਰਮੇਸ਼ਨ ਤੱਕ ਹੈ। ਪਰੰਤੂ ਅਸੀਂ ਕਦੇ ਇਕਾਂਤ ਵਿੱਚ ਬੈਠ ਕੇ ਟਾਈਮ ਨਿਕਾਲ ਕੇ ਉਸ ਵਸਤੂ ਦੀ ਤਰਫ ਕਦੇ ਨਾ ਤੇ ਖਿਆਲ ਕਰਦੇ ਹਾਂ, ਨਾ ਹੀ ਉਸ ਵਸਤੂ ਦੇ ਪ੍ਰਤੀ ਕਦੇ ਸਾਡੇ ਮਨ ਦੇ ਵਿੱਚ ਸੋਚ ਆਉਂਦੀ। ਸੋਚ ਆਉਂਦੀ ਕਿਉਂ ਨਹੀਂ? ਕਿਉਂਕਿ ਸਾਡੀ ਹਿਊਮਨ ਸੁਸਾਇਟੀ 'ਚ ਉਸ ਦਾ ਜ਼ਿਕਰ ਹੀ ਨਹੀਂ ਹੈ। ਅੱਜ ਕੱਲ ਥੋੜਾ ਸਪਿਰਚੁਅਲਿਟੀ ਦਾ ਜ਼ਿਕਰ ਵਧਿਆ ਹੋਇਆ ਹੈ, ਪਰੰਤੂ ਉਹ ਇੱਕ ਬਿਜ਼ਨਸ ਹੈ। ਸਪਿਰਚੁਅਲਿਟੀ ਦੇ ਨਾਂ ਉੱਤੇ ਸ਼ਿਵਰਸ ਲੱਗਦੇ ਹਨ, ਕੈਂਪਸ ਲੱਗਦੇ ਹਨ। ਕੋਈ ਹਫ਼ਤੇ ਦਾ ਕੈਂਪ ਹੈ, ਕੋਈ 10 ਦਿਨ ਦਾ ਕੈਂਪ ਹੈ, ਕਿਸੇ ਦੀ ਹਫ਼ਤੇ ਦੀ $500 ਫੀਸ ਹੈ। ਤੇ ਉਹ ਜੋ ਕੈਂਪਸ ਲੱਗਦੇ ਹਨ ਉਹ ਰਿਟਰੀਟਸ ਤੇ ਜਾ ਕੇ ਲੱਗਦੇ ਹਨ। ਔਰ ਐਸੀ ਸਪਿਰਚੁਅਲਿਟੀ ਨੂੰ ਆਮ ਬੰਦਾ ਤੇ ਅਫੋਰਡ ਹੀ ਨਹੀਂ ਕਰ ਸਕਦਾ। ਕਿਸ ਦੇ ਕੋਲ ਇੰਨੇ ਪੈਸੇ ਹੋਣ ਕਿ ਉਹ ਆਪਣੇ ਕੰਮ ਤੋਂ ਉਤਨੇ ਦਿਨ ਆਫ ਲੈ ਸਕੇ ਤੇ ਟਰੈਵਲ ਕਰ ਸਕੇ ਤੇ ਰਿਟਰੀਟ ਤੇ ਜਾ ਕੇ ਉੱਥੇ ਦਾ ਖਰਚਾ ਦੇ ਸਕੇ, ਔਰ ਫਿਰ ਜੋ ਹੈਵੀ ਟਿਊਸ਼ਨਸ ਹਨ ਇਹਨਾਂ ਕੋਰਸਿਸ ਦੀਆਂ ਉਹ ਲੈ ਸਕੇ। ਤੇ
ਬੇਸਿਕਲੀ ਉਹ ਅੱਜ ਦੇ ਸਮੇਂ ਦੇ ਵਿੱਚ ਕੰਮਕਾਰ ਦੇ ਨਾਲ ਸਟ੍ਰੈਸਡ ਆਊਟ ਹੋਏ ਹੋਏ ਲੋਕਾਂ ਦੇ ਲਈ ਇੱਕ ਹਾਈਡ ਆਊਟ ਹੈ, ਇੱਕ ਵੋਕੇਸ਼ਨ ਹੈ, ਸਿਰਫ ਇੱਕ ਛੁੱਟੀ ਮਨਾਉਣ ਦਾ, ਛੁੱਟੀਆਂ ਕਰਨ ਦਾ ਇੱਕ ਬਹਾਨਾ ਹੈ। ਸਪਿਰਚੁਅਲਿਟੀ, ਰੂਹਾਨੀਅਤ ਦਾ ਉੱਥੇ ਜ਼ਿਕਰ ਘੱਟ ਹੈ। ਉੱਥੇ ਰਿਕ੍ਰੀਏਸ਼ਨਲ ਗੇਮਸ ਹੋਣਗੀਆਂ, ਹਾਈਕਿੰਗ ਹੋਏਗੀ, ਸਵਿਮਿੰਗ ਹੋਏਗੀ, ਵਾਈਨ ਐਂਡ डाइन होएगा। बड़ी अजीब किस्म की स्पिरिचुअलिटी है। तो इस विचार नूं ये अगले एपीसोड कंटिन्यू रहेगी। बहुत ध्यान दे नाल ये सुनने वाली सारी विचार है अगले एपीसोड दे विच। बाणी